ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। शरण तुम्हारी आयो, शरण तुम्हारी आयो। नानक के प्रभ साथ, वाहिगुरु जी का खालसा, वाहिगुरु जी की फतेह। गुरु रूप गुरां दी साजी और निवाजी साध संगत जी, बड़े ही ਵਧਾਈ ਦੇ ਪਾਤਰ ਹਾਂ ਅਸੀਂ ਸਾਰੇ, ਜੋ ਸਤਿਗੁਰੂ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੋੜਨ ਦਾ ਸਾਡੇ ਤੇ ਇਹ ਬੜਾ ਹੀ ਭਲਾ ਤਰਸ ਕਰ ਰਹੇ ਹਨ। ਤੋ ਪਿੱਛੇ ਸਾਡੀ ਕੱਲ ਤੱਕ 13ਵੀਂ ਅਸ਼ਟਪਦੀ ਤੱਕ ਵਿਚਾਰ ਸੰਪੂਰਨ ਹੋਈ ਸੀ। ਆਓ ਅੱਜ 14ਵੀਂ ਅਸ਼ਟਪਦੀ ਦਾ 14ਵਾਂ ਹੀ ਸ਼ਲੋਕ ਪ੍ਰਾਰੰਭ ਹੋਣ ਜਾ ਰਿਹਾ ਹੈ, ਕਿਉਂਕਿ ਜਿਤਨੇ ਸ਼ਲੋਕ ਹਨ ਉਤਨੀਆਂ ਅਸ਼ਟਪਦੀਆਂ ਹਨ, ਜਿਤਨੀਆਂ ਅਸ਼ਟਪਦੀਆਂ ਹਨ ਉਤਨੇ ਹੀ ਸ਼ਲੋਕ ਹਨ। ਤੋ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਤਜਹੁ ਸਿਆਨਪ ਸੁਰਜਨਹੁ, ਸਿਮਰਹੁ ਹਰਿ ਹਰਿ ਰਾਇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸੁਚੇਤ ਕਰ ਰਿਹਾ ਹੈ, ਆਪਣੇ ਆਪ ਨੂੰ ਸੁਰਜਨ ਸ੍ਰੇਸ਼ਟ ਪਿਆਰੇ ਕਹਾਉਣ ਵਾਲਿਓ, ਆਪਣੇ ਆਪ ਨੂੰ ਬੜੀ ਸਿਆਣਪ ਦੇ ਲਾਇਕ ਕਹਾਉਣ ਵਾਲਿਓ। ਜਿਹੜੀ ਆਪਣੀ ਬੁੱਧੀ ਦੀ ਸਿਆਣਪ ਹੈ, ਚਤੁਰਾਈ ਹੈ, ਇਹਨੂੰ ਛੱਡ ਦਿਓ। ਇਹ ਚਤੁਰਾਈ ਭਜਨ ਨਹੀਂ ਕਰਨ ਦਿੰਦੀ ਕਿਸੇ ਨੂੰ। ਜਿਵੇਂ ਸਤਿਗੁਰੂ ਜੀ ਫਰਮਾਉਂਦੇ ਆ, ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਜ਼ਿਆਦੀ ਸਿਆਣਪ ਵਾਲੇ ਇਨਸਾਨ ਨੂੰ ਜਮਾਂ ਦਾ ਹੀ ਡਰ ਹੈ। ਸਤਿਗੁਰੂ ਕਹਿੰਦੇ ਅੰਦਰੋਂ ਦਲੀਲਾਂ 'ਚ ਹੀ ਫਸਿਆ ਰਹਿੰਦਾ ਐਸਾ ਇਨਸਾਨ। ਇਸ ਕਰਕੇ ਸਿਮਰਨ ਕਰੋ ਹਰੀ ਦਾ, ਜੋ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਰਾਜਾ ਪਾਤਸ਼ਾਹ ਹੈ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤਿਗੁਰੂ ਜੀ ਫਰਮਾਰੇ ਭਾਈ, ਸਾਰੀਆਂ ਸਿਆਣਪਾਂ ਛੱਡ ਕੇ ਇੱਕੋ ਹੀ ਵਾਹਿਗੁਰੂ ਹਰੀ ਦੀ ਮਨ 'ਚ ਆਸਾ ਰੱਖਿਆ ਕਰੋ। ਜਿਵੇਂ ਕਬੀਰ ਸਾਹਿਬ ਜੀ ਨੇ ਵੀ ਕਹਿ ਦਿੱਤਾ ਨਾ, ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਨਰਕ ਪਰਹਿ ਤੇ ਮਾਨਈ, ਜੋ ਹਰ ਨਾਮ ਉਦਾਸ। ਕਬੀਰ ਸਾਹਿਬ ਜੀ ਕਹਿ ਰਹੇ ਆ, ਇੱਕ ਪਰਮੇਸ਼ਰ ਵਾਹਿਗੁਰੂ ਦੀ ਆਸ ਕਰੀ, ਹੋਰ ਕਿਸੇ ਦੂਜੇ ਤੀਜੇ ਦੇ ਦਰ 'ਤੇ ਨਾ ਢਵੀਂ। ਤੇ ਦਰ 'ਤੇ ਢਹਿਣ ਤੋਂ ਵੀ ਯਾਦ ਆਇਆ, ਬਾਬੇ ਫਰੀਦ ਜੀ ਦਾ ਸ਼ਲੋਕ ਮੇਰੇ ਅੱਗੇ ਆ ਗਿਆ। ਬਾਬਾ ਫਰੀਦ ਜੀ ਕਹਿੰਦੇ ਕਿ ਹੈ ਪਰਮਾਤਮਾ, ਹੈ ਅੱਲਾ, ਇਹ ਵਾਹਿਗੁਰੂ, ਜਿਤਨੀ ਦੇਰ ਮੈਂ ਜਿਉਣਾ ਹੈ ਤੇਰੇ ਦਰ ਦੇ ਮੂਹਰੇ ਜਿਉਣਾ ਹੈ, ਭਾਵ ਤੇਰੇ ਦਰ ਦੇ ਆਸਰੇ ਜੀਣਾ ਹੈ। ਪਰ ਕਿਰਪਾ ਕਰੀ, ਜਿਸ ਦਿਨ ਤੈਨੂੰ ਭਾਵੇ ਕਿ ਮੈਂ ਇਹਨੂੰ ਹੋਰ ਕਿਸੇ ਦੇ ਦਰ 'ਤੇ ਸੁੱਟ ਦੇਵਾਂ, ਦੂਜੇ ਦੇ ਦਰ 'ਤੇ ਜਾਣਾ ਪੈ ਜੇ, ਤੇ ਬਾਬਾ ਫਰੀਦ ਜੀ ਕਹਿੰਦੇ ਉਸ ਤੋਂ ਪਹਿਲਾਂ ਮੇਰੀ ਜਿੰਦ ਕੱਢ ਲਵੀ। ਬਾਬਾ ਫਰੀਦ ਜੀ ਦਾ ਸ਼ਲੋਕ ਅਸੀਂ ਸਾਰੇ ਹੀ ਪੜ੍ਹਦੇ ਸੁਣਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਆ, ਫਰੀਦਾ ਕਹਿੰਦੇ, ਹੇ ਫਰੀਦ, ਦਾਸ ਨੂੰ ਸ਼ਲੋਕ ਵਿਸਰ ਗਿਆ, ਮਾਫ ਕਰਨਾ ਸੰਗਤ ਜੀ। ਬਾਬਾ ਫਰੀਦ ਜੀ ਉੱਥੇ ਇਹੋ ਕਹਿੰਦੇ ਕਿ ਜੇ ਤੂੰ ਏਵੈ ਰਖਸੀ ਜਿਉ ਸਰੀਰੋਂ ਲੈ। ਹਾਂਜੀ, ਯਾਦ ਆਇਆ, ਕਹਿੰਦੇ ਫਰੀਦਾ ਬਾਰ ਪਰਾਇਐ ਬੈਸਣਾ, ਆਈ ਮੁਝੈ ਨਾ ਦੇਹ।
ਕਹਿੰਦੇ ਪਰਾਏ ਬਾਰ ਤੇ ਬੈਠਣਾ ਮੈਨੂੰ ਨਾ ਦਵੀਂ। ਜੇਕਰ ਤੂੰ ਦੇਣਾ ਹੈ ਪਰਾਏ ਬਾਰ ਤੇ ਬਹਿਣ ਨੂੰ, ਜੇ ਤੂੰ ਏਵੈ ਰਖਸੀ ਜਿਉ ਸਰੀਰੋਂ ਲੇ। ਬਾਬਾ ਫਰੀਦ ਜੀ ਬੜੇ ਮਹਾਨ ਮਹਾਂਪੁਰਖ ਹਨ। ਕਹਿੰਦੇ ਫਿਰ ਜਿਉ ਸਰੀਰੋਂ, ਸਰੀਰ ਵਿੱਚੋਂ ਜੀ ਕੱਢ ਲਵੀਂ ਮੇਰਾ ਆਤਮਾ, ਮੈਨੂੰ ਦੂਜੇ ਦੇ ਦਰ ਤੇ ਨਾ ਬਿਠਾਵੀਂ। ਤੋ ਇੱਥੇ ਸਤਿਗੁਰੂ ਕਹਿੰਦੇ ਇੱਕੋ ਵਾਹਿਗੁਰੂ ਦਾ ਧਿਆਨ ਧਰੋ, ਆਸਾ ਕਰੋ, ਫਿਰ ਤੁਹਾਡਾ ਜੰਮਣ ਮਰਨ ਦਾ ਦੁੱਖ ਵੀ, ਭਰਮ ਵੀ, ਭਉ ਵੀ, ਡਰ ਵੀ ਸਭ ਚਲਿਆ ਜਾਵੇਗਾ। ਅੱਗੇ ਅਸ਼ਟਪਦੀ ਰਾਹੀਂ ਇਸ ਸ਼ਲੋਕ ਦੀ ਵਿਆਖਿਆ ਕਰਦੇ ਹਨ। ਅਸ਼ਟਪਦੀ ਮਾਨੁਖ ਕੀ ਟੇਕ, ਬਿਰਥੀ ਸਭ ਜਾਨ। ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਮਨੁੱਖ ਦੀ ਓਟ ਰੱਖਣੀ ਕਿ ਇਹ ਮੇਰੀ ਰੱਖਿਆ ਕਰੇਗਾ, ਮੇਰੀ ਇਹ ਪਾਲਣਾ ਕਰੇਗਾ, ਇਹ ਓਟ ਸਾਰੀ ਵਿਅਰਥ ਜਾਣ ਲਓ, ਝੂਠੀ ਸਹਿ ਸਮਝੋ। ਦੇਵਨ ਕਉ ਏਕੈ ਭਗਵਾਨ। ਭਾਈ ਰੋਜੀ ਦੇਣ ਵਾਲਾ ਤਾਂ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਦਾਤਾ ਹੈ, ਹੋਰ ਕੋਈ ਨਹੀਂ। ਸਤਿਗੁਰੂ ਕਹਿੰਦੇ ਨਾ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਿਸਕੈ ਦੀਐ ਰਹਿ ਅਗਾਏ। ਕਹਿੰਦੇ ਉਹ ਪਰਮੇਸ਼ਰ ਐਸਾ ਹੈ ਜਿਸ ਦੀ ਦਾਤ ਦਿੱਤਿਆਂ ਇਹ ਜੀਵ ਤ੍ਰਿਪਤ ਹੋ ਜਾਂਦਾ ਹੈ। ਹੋਰ ਕਿਸੇ ਦੇ ਬੰਦੇ ਦੇ ਦਿੱਤਿਆਂ ਕਦੇ ਵੀ ਬੰਦਾ ਰੱਜਦਾ ਨਹੀਂ, ਪਰ ਜਿਸ ਦਿਨ ਪਰਮੇਸ਼ਰ ਦਿੰਦਾ ਹੈ ਤੇ ਉਹ ਅਗਲੇ ਪਿਛਲੇ ਸਾਰੇ ਹੀ ਭੰਡਾਰੇ ਭਰ ਦਿੰਦਾ ਹੈ। ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਜਿਸ ਨੂੰ ਮਹਾਰਾਜ ਇਹੋ ਜਿਹਾ ਭਾਗ ਬਖਸ਼ ਦੇਣ ਸੰਤੋਖ ਦਾ, ਮੁੜ ਕੇ ਕੋਈ ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਹੀ ਨਾ ਆ ਕੇ ਲੱਗੇ ਜੀਵਨ ਵਿੱਚ। ਮਾਰੈ ਰਾਖੈ ਏਕੋ ਆਪ। ਮਾਰਨ ਵਾਲਾ ਵੀ ਜਦੋਂ ਪਰਾਲਬਧ ਪੂਰੀ ਹੋ ਜਾਵੇ, ਰੱਖਣ ਵਾਲੇ ਦੀ ਵੀ ਪਰਾਲਬਧ ਜਿੰਨਾ ਚਿਰ ਬਣੀ ਹੋਵੇ, ਉਹ ਇੱਕ ਆਪ ਹੀ ਹੈ ਪਰਮੇਸ਼ਰ। ਮਾਨੁਖ ਕੈ ਕਿਛ ਨਾਹੀ ਹਾਥ। ਭਾਈ ਕਿਸੇ ਮਨੁੱਖ ਦੇ ਅਧੀਨ ਨਹੀਂ ਕੁਝ ਸੱਚੇ ਪਾਤਸ਼ਾਹ ਨੇ ਰੱਖਿਆ ਹੋਇਆ ਹੈ। ਸਰਬ ਕਲਾ ਸਮਰੱਥ ਆਪ ਹੀ ਹੈ। ਤਿਸਕਾ ਹੁਕਮ ਬੂਝ ਸੁਖ ਹੋਏ। ਉਸ ਵਾਹਿਗੁਰੂ ਦੀ ਰਜਾ 'ਚ ਚੱਲ, ਕਿਸੇ ਨੂੰ ਦੋਸ਼ ਨਾ ਦੇ, ਫਿਰ ਤੈਨੂੰ ਬੜੇ ਸੁੱਖ ਦੀ ਪ੍ਰਾਪਤੀ ਹੋਵੇਗੀ। ਗੁਰਮਤਿ ਦੁਆਰਾ ਉਸ ਦੇ ਹੁਕਮ ਨੂੰ ਬੁੱਝ ਲੈ, ਸਮਝ ਲੈ, ਫਿਰ ਹੀ ਉਸ ਦੇ ਸੁੱਖ ਦੀ ਪ੍ਰਾਪਤੀ ਹੋਵੇਗੀ। ਇਸਕਾ ਨਾਮ ਰੱਖ ਕੰਠ ਪਰੋਏ। ਉਸ ਪਰਮੇਸ਼ਰ ਦਾ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਨਾਮ ਆਪ ਦੇ ਕੰਨ ਵਿੱਚ ਜਿਸ ਤਰ੍ਹਾਂ ਗਹਿਣਾ ਪਾ ਕੇ ਰੱਖੀਦਾ ਹੈ ਨਾ, ਇਸ ਤਰ੍ਹਾਂ ਉਸ ਦੇ ਨਾਮ ਨੂੰ ਕੰਠ 'ਚ ਰੱਖੋ, ਪਰੋ ਕੇ ਸਵਾਸ ਸਵਾਸ ਦੇ ਨਾਲ ਜਪੋ। ਸਿਮਰ 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 ਪ੍ਰਭ ਸੋਏ। ਉਸ ਵਾਹਿਗੁਰੂ ਸਿਮਰਨ, ਉਸ ਸਿਮਰਨ ਦੇ ਯੋਗ ਜਿਸ ਵਾਹਿਗੁਰੂ ਦਾ ਸਿਮਰਨਾ ਹੈ, ਉਸ ਪਰਮੇਸ਼ਰ ਦਾ ਮਨ ਬਾਣੀ ਸਰੀਰ ਕਰਕੇ ਸਿਮਰਨਾ ਕਰੋ। ਨਾਨਕ ਬਿਗਨ ਨ ਲਾਗੈ ਕੋਈ। ਸਤਿਗੁਰੂ ਜੀ ਕਹਿੰਦੇ ਪਿਆਰਿਆ, ਤੇਰੇ ਕਿਸੇ ਕਰਤੱਵ ਵਿੱਚ ਫਿਰ ਕਿਸੇ ਵੀ ਕਿਸਮ ਦਾ ਵਿਘਨ ਨਹੀਂ ਲੱਗੇਗਾ। ਉਸਤਤ ਮਨ ਮਹਿ ਕਰ ਨਿਰੰਕਾਰ। ਕੀ ਆਪ ਦੀ ਵਡਿਆਈ 'ਚ ਪਿਆ ਰਹਿੰਦਾ ਕਿ ਮੇਰੀ ਲੋਕ ਵਡਿਆਈ ਕਰਨ, ਜਾਂ ਕਿਸੇ ਦੀ ਐਵੇਂ ਟੋਕਰੀ ਚੱਕਦਾ ਰਹਿਣਾ? ਜੇ ਕਰਨੀ ਹੈ ਤਾਂ ਇੱਕ ਨਿਰੰਕਾਰ ਦੀ ਕਰ, ਮਨ ਵਿੱਚ ਹੀ ਪਰਮੇਸ਼ਰ ਉਸ ਦੀ ਉਸਤਤ ਕਰ। ਕਰ ਮਨ ਮੇਰੇ ਸਤ ਵਿਵਹਾਰ। ਇਹ ਮੇਰੇ ਪਿਆਰੇ ਮਨਾ, ਇਹ ਸੱਚਾ ਵਿਹਾਰ ਹੈ। ਆਪ ਨਾਮ ਜਪਣਾ ਤੇ ਜਪਾਉਣਾ, ਇਸ ਦੇ ਤਾਈਂ ਕਰਨਾ ਕਰ, ਝੂਠ ਦੇ ਵਪਾਰ ਛੱਡ ਦੇ। ਨਿਰਮਲ ਰਸਨਾ ਅੰਮ੍ਰਿਤ ਪੀਓ। ਅੰਮ੍ਰਿਤ ਨਾਮ ਨੂੰ ਰਸਨਾ ਕਰਕੇ ਪੀਣਾ ਕਰ, ਤੇਰਾ ਚਿੱਤ ਵੀ ਨਿਰਮਲ ਹੋ ਜਾਏਗਾ। ਇਹ ਝੂਠ ਬੋਲਣ ਦੀ ਰਸਨਾ ਨੂੰ ਜਿਹੜੀ ਮੈਲ ਲੱਗੀ ਹੈ ਨਾ, ਰਸ ਕਸ ਖਾਣ ਦੀ, ਇਹਦੇ ਵੱਲੋਂ ਇਹ ਨਿਰਮਲ ਹੋ ਜਾਏਗੀ। ਅੰਮ੍ਰਿਤ ਨਾਮ, ਅੰਮ੍ਰਿਤ ਨਾਮ ਮਹਾਰਾਜ ਦਾ ਪੀ ਕੇ ਨਿਰਮਲ ਸ਼ੁੱਧ ਹੋ ਜਾ, ਸਾਰੀਆਂ ਮੈਲਾਂ ਤੋਂ ਭਾਈ ਰਹਿਤ ਹੋ ਜਾ ਤੂੰ। ਸਦਾ ਸੁਹੇਲਾ ਕਰ ਲੈ ਜੀਓ।
ਸਦਾ ਵਾਸਤੇ ਆਪਣੇ ਜੀਵਨ ਨੂੰ ਸੁਹੇਲਾ ਸੁਖਾਲਾ ਕਰ ਲੈ। ਨੈਣੋ ਪੇਖ ਠਾਕੁਰ ਕਾ ਰੰਗ। ਕਹਿੰਦਾ ਵਿਦਿਆ ਨੂੰ ਸਫਲੀ ਕਰਨ ਵਾਸਤੇ ਅੱਖਾਂ ਨਾਲ ਠਾਕੁਰ ਵਾਹਿਗੁਰੂ ਦੇ ਕੌਤਕ ਰੰਗ ਵੇਖ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਿਸ ਕੁਦਰਤ ਅੰਦਰ ਪਰਮੇਸ਼ਰ ਵਸ ਰਿਹਾ ਨਾ, ਉਸ ਦੀ ਕੁਦਰਤ ਨੂੰ ਵੇਖ। ਸਾਧ ਸੰਗ ਬਿਨਸੈ ਸਭ ਸੰਗ। ਮਹਾਤਮਾ ਦੀ ਸੰਗਤ ਕਰਿਆ ਕਰ ਜਿਹੜੇ ਤੈਨੂੰ ਸੰਗ ਦੋਸ਼ ਪਏ ਆ। ਕਦੇ ਕਾਮੀਆਂ ਦੀ, ਕਦੇ ਕ੍ਰੋਧੀਆਂ ਦੀ, ਸ਼ਰਾਬੀਆਂ ਦੀ ਤੇ ਕਦੇ ਚੋਰਾਂ ਦੀ, ਕਦੇ ਡਾਕੂਆਂ ਦੀ ਕੁਸੰਗਤ ਕਰਦਾ ਰਹਿਣਾ। ਇਹ ਸਾਰਾ ਨਾਸ਼ ਹੋ ਜਾਏਗਾ ਸੰਗ ਦੋਸ਼ ਤੇਰਾ। ਚਰਨ ਚਲੋ ਮਾਰਗ ਗੋਬਿੰਦ। ਪੈਰਾਂ ਕਰਕੇ ਗੋਬਿੰਦ ਦਾ ਰਸਤਾ ਕੌਣ ਹੈ? ਸਤ ਸੰਗਤ ਰਸਤੇ ਚੱਲਣਾ ਕਰੋ, ਗੋਬਿੰਦ ਦੇ ਰਸਤੇ ਵਿੱਚ ਮਿਲਣਾ ਕਰੋ। ਮਿਟਹਿ ਪਾਪ ਜਪੀਐ ਹਰ ਬਿੰਦ। ਇੱਥੇ ਜਪੀਐ ਐੜੇ ਨੂੰ ਦਲਾਵਾਂ ਈੜੀ ਨੂੰ ਨਹੀਂ, ਅਸੀਂ ਈੜੀ ਨੂੰ ਲਾਮ ਪੜ੍ਹ ਜਾਂਦੇ ਹਾਂ। ਅਸੀਂ ਪੜ੍ਹ ਜਾਂਦੇ ਮਿਟਹਿ ਪਾਪ ਜਪੀਏ ਹਰ ਬਿੰਦ, ਨਹੀਂ, ਇੱਥੇ ਜਪੀਐ। ਮਿਟਹਿ ਪਾਪ ਜਪੀਐ ਹਰ ਬਿੰਦ। ਹਰੀ ਨੂੰ ਬਿੰਦ ਕਾਲ 'ਚ ਹੀ ਜੇ ਜਪ ਲਵੇਂ ਤੇ ਫੇਰ ਹੀ ਤੇਰੇ ਪਾਪ ਨਾਸ਼ ਹੋ ਜਾਣਗੇ। ਪਲ ਦਾ 24ਵਾਂ ਹਿੱਸਾ ਇੱਕ ਬਿੰਦ ਹੁੰਦਾ ਹੈ, ਤੋ ਇਨ੍ਹਾਂ ਵਿੱਚ ਚਿਰ ਵੀ ਜੇ ਜਪ ਲਵੇਂਗਾ ਤੋ ਤੇਰੇ ਪਾਪ ਮਿਟ ਜਾਣਗੇ। ਇੱਕ ਬਿੰਦ ਵੀ ਜੇ ਗਿਆਤ ਰੂਪ ਹਰੀ ਨੂੰ ਜਪੀਏ ਤਾਂ ਸਾਰੇ ਪਾਪ ਤੇਰੇ ਮਿਟ ਜਾਣਗੇ। ਕਰ ਹਰ ਕਰਮ ਸਰਵਨ ਹਰ ਕਥਾ। ਕਰਿਆ ਕਰ ਹਰੀ ਦੇ ਨਾਮ ਦੇ, ਜਿਸ ਨੂੰ ਲਿਖਣ ਵਾਸਤੇ ਹੱਥਾਂ ਨਾਲ ਕਰਮ ਨੂੰ ਕਰਿਆ ਕਰ ਤੇ ਉਸ ਦੇ ਨਾਮ ਦੀ ਕਥਾ ਨੂੰ ਸੁਣਿਆ ਕਰ। ਹਰੀ ਦੀ ਪ੍ਰਾਪਤੀ ਲਈ ਹੱਥਾਂ ਨਾਲ ਸਾਧ ਸੰਗਤ ਦੀ ਟਹਿਲ ਕਰਿਆ ਕਰ ਤੇ ਕੰਨਾਂ ਵਿੱਚ ਹਰੀ ਦੇ ਨਾਮ ਦੀ ਕਥਾ ਨੂੰ ਸ਼ਰਵਣ ਕਰਿਆ ਕਰ। ਸ਼ਰਧਾ ਤੇ ਭਰੋਸੇ ਕਰਕੇ ਪ੍ਰੀਤ ਰੂਪੀ ਹੱਥਾਂ ਨਾਲ ਕਰਮ ਕਰਿਆ ਕਰ ਹਰੀ ਦੀ ਪ੍ਰਾਪਤੀ ਦੇ। ਹਰ ਦਰਗਹਿ ਨਾਨਕ ਊਜਲ ਮਥਾ। ਗੁਰੂ ਸਾਹਿਬ ਜੀ ਕਹਿੰਦੇ ਇਉਂ ਹਰੀ ਦੀ ਦਰਗਾਹ ਵਿੱਚ ਤੇਰਾ ਮੱਥਾ ਉਜਲਾ ਹੋਏਗਾ। ਉਜਲਾ ਮੁਖ ਲੈ ਕੇ ਜਾਏਗਾ, ਤੇਰਾ ਹਿਰਦਾ ਉਜਲ ਹੋਵੇਗਾ। ਵੱਡ ਭਾਗੀ ਤੇ ਜਨ ਜਗ ਮਾਹੇ। ਉਹ ਵੱਡੇ ਭਾਗਾਂ ਵਾਲੇ ਜਨ ਪੁਰਖ ਹਨ ਸੰਸਾਰ ਦੇ ਅੰਦਰ। ਸਦਾ ਸਦਾ ਹਰ ਕੇ ਗੁਣ ਗਾਹੇ। ਭਾਈ ਜਿਹੜੇ ਸਾਧ ਸੰਗਤ ਜੀ ਸਦਾ ਵਾਸਤੇ ਸਦਾ ਸਦਾ ਅਕਾਲ ਪੁਰਖ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ। ਰਾਮ ਨਾਮ ਜੋ ਕਰਹਿ ਵਿਚਾਰ। ਜੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਵਿਚਾਰ ਨਿਰਣਾ ਕਰਦੇ ਰਹਿੰਦੇ ਹਨ ਤੇ ਧਨਵੰਤ ਗਨੀ ਸੰਸਾਰ। ਐਸੇ ਮਹਾਤਮਾ ਬਾਬਤ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਜੋ ਪਰਮੇਸ਼ਰ ਦੀ ਵਿਚਾਰ, ਪਰਮੇਸ਼ਰ ਦਾ ਨਿਰਣਾ ਕਰਦੇ ਰਹਿੰਦੇ ਆ, ਉਹ ਧਨ ਵਾਲੇ ਪੁਰਖ ਆ। ਗਨੀ ਭਾਵ ਫਾਰਸੀ 'ਚ ਧਨੀ ਦਾ ਨਾਮ ਹੈ। ਉਹ ਨਾਮ ਰੂਪ ਧਨ ਵਾਲੇ ਧਨਵਾਨ ਪੁਰਖ ਗਿਣੇ ਜਾਂਦੇ ਆ। ਸੰਸਾਰ ਦੇ ਵਿੱਚ ਤਿੰਨਾਂ ਲੋਕਾਂ ਵਿੱਚ ਸਾਰੇ ਸੰਸਾਰ 'ਚ ਗਿਣੀਦੇ ਹਨ। ਮਨ ਤਨ ਮੁਖ ਬੋਲੇ ਹਰ ਮੁਖੀ। ਜਿਹੜਾ ਹਰੀ ਸਾਰਿਆਂ 'ਚ ਮੁਖੀ ਹੈ, ਪ੍ਰਧਾਨ ਹੈ, ਉਹਨੂੰ ਮਨ ਕਰਕੇ, ਤਨ ਕਰਕੇ, ਮੁਖ ਕਰਕੇ ਜਿਹੜੇ ਬੋਲਦੇ ਆ, ਉਹਨਾਂ ਨੂੰ ਹਰੀ ਨੇ ਮੁਖੀ ਬਣਾ ਦਿੱਤਾ ਹੈ ਸਾਰਿਆਂ ਦੇ। ਉਹ ਸ਼੍ਰੋਮਣੀ ਬਣ ਗਏ ਆ। ਸਦਾ ਸਦਾ ਜਾਨੋ ਤੇ ਸੁਖੀ। ਇਹ ਭਾਈ ਸਦਾ ਸਦਾ ਉਹ ਸੁਖੀ ਹੋ ਗਏ ਆ, ਜਾਣਨਾ ਕਰੋ। ਏਕੋ ਏਕ ਏਕ ਪਛਾਨੈ। ਕਿਉਂਕਿ ਜਿਹੜਾ ਇੱਕੋ ਹੀ ਭੂਤ ਕਾਲ 'ਚ ਆ, ਇੱਕੋ ਹੀ ਵਰਤਮਾਨ ਕਾਲ 'ਚ ਆ ਤੇ ਇੱਕੋ ਹੀ ਭਵਿੱਖ ਕਾਲ 'ਚ ਹੋਵੇਗਾ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਇੱਕੋ ਹੀ ਦਵੈਤ ਰੂਪ ਜੀਵ ਹੈ, ਇੱਕੋ ਹੀ ਈਸ਼ਰ ਹੈ, ਇੱਕੋ ਹੀ ਸ਼ੁੱਧ ਹੈ। ਇਉਂ ਗੁਰਾਂ ਦੇ ਉਪਦੇਸ਼ ਕਰਕੇ ਉਹ ਉਸ ਇੱਕੋ ਅਦਵੈਤ ਸਰੂਪ ਪਰਮੇਸ਼ਰ ਨੂੰ ਪਛਾਣਦਾ ਹੈ। ਇਤ ਉਤ ਕੀ ਉਹ ਸੋਝੀ ਜਾਣੈ। ਉਹ ਇਸ ਲੋਕ ਦੀ ਵੀ, ਉਤ ਭਾਵ ਪਰਲੋਕ ਦੀ ਵੀ ਸਾਰੀ ਸਮਝ ਨੂੰ ਜਾਣ ਲੈਂਦਾ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ।
ਜਿਨ੍ਹਾਂ ਦਾ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਦੇ ਨਾਲ ਮਨ ਮੰਨ ਗਿਆ ਹੈ। ਨਾਨਕ ਤਿਨਹਿ ਨਿਰੰਜਨ ਜਾਣਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨਿਰੰਜਨ ਸ਼ੁੱਧ ਸਰੂਪ ਨੂੰ ਜਾਣ ਲਿਆ ਹੈ। ਗੁਰ ਪ੍ਰਸਾਦ ਆਪਨ ਆਪ ਸੁਝੈ। ਗੁਰਾਂ ਦੀ ਕਿਰਪਾ ਨਾਲ ਆਪਣੇ ਆਪ ਦੀ ਸੂਝ ਪੈ ਜਾਂਦੀ ਹੈ, ਆਤਮਾ ਦੀ ਸੂਝ ਪੈ ਜਾਂਦੀ ਹੈ। ਇਸ ਕੀ ਜਾਨੋ ਤ੍ਰਿਸ਼ਨਾ ਬੁਝੈ। ਜਿਨ੍ਹਾਂ ਦੀ ਸਤਿਗੁਰਾਂ ਦੀ ਕਿਰਪਾ ਨਾਲ ਆਪਣਾ ਆਪ ਦਿਸ ਆਉਂਦਾ ਹੈ, ਉਹਨਾਂ ਦੀ ਜਾਨੋ ਰਸਨਾ ਕਸਾਂ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ। ਇਹ ਅੰਮ੍ਰਿਤ ਨਾਮ ਗਿਆਨ ਦੇ ਜਲ ਪਾਉਣੇ ਕਰਕੇ। ਸਾਧ ਸੰਗ ਹਰ ਹਰ ਜਸ ਕਹਿਤ। ਜੋ ਸਾਧ ਸੰਗਤ ਵਿੱਚ ਮਿਲ ਕੇ ਹਰੀ ਦੇ ਹਰ ਵਕਤ ਜਸ ਨੂੰ ਗਾਉਂਦਾ ਹੈ, ਕਹਿੰਦਾ ਹੈ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਕਹਿੰਦੇ ਅਗਿਆਨ ਆਦਿਕ ਕਾਮ ਆਦਿਕ ਸਾਰਿਆਂ ਰੋਗਾਂ ਤੋਂ ਹਰੀ ਦੇ ਜਨ ਰਹਿਤ ਹੋ ਜਾਂਦੇ ਹਨ। ਅਨ ਦਿਨ ਕੀਰਤਨ ਕੇਵਲ ਬਖਿਆਨ। ਰਾਤ ਦਿਨ ਕੇਵਲ ਪਰਮੇਸ਼ਰ ਦੇ ਕੀਰਤਨ ਦਾ ਵਿਖਿਆਨ ਕਰੇ, ਕਥਨ ਕਰੇ ਜਾਂ ਉਹਦੇ ਜਸ ਨੂੰ ਉਚਾਰੇ ਤਾਂ ਹੀ ਕੈਵਲਯ ਮੁਕਤੀ ਹੁੰਦੀ ਹੈ। ਗ੍ਰਹਿਸਤ ਮਹਿ ਸੋਈ ਨਿਰਵਾਨ। ਪਾਈਓ ਗ੍ਰਹਿਸਤ ਵਿੱਚ ਰਹਿੰਦਾ ਹੋਇਆ ਵਸ਼ਿਸ਼ਟ ਨੇ ਜਿਵੇਂ ਨਿਰਵਾਣ ਪ੍ਰਕਰਣ ਕਥਨ ਕੀਤਾ ਹੈ, ਉਹ ਨਿਰਵਾਣ ਪਦਵੀ ਨੂੰ ਬੰਧਨਾਂ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਏਕ ਉਪਰ ਜਿਸ ਜਨ ਕੀ ਆਸਾ। ਜਿਸ ਪੁਰਖ ਨੇ ਇੱਕ ਪਰਮੇਸ਼ਰ ਦੇ ਉੱਤੇ ਆਸ ਰੱਖੀ ਹੈ, ਇਸ ਕੀ ਕੱਟੀ ਹੈ ਜਮ ਕੀ ਫਾਸਾ। ਉਹਨਾਂ ਪੁਰਖਾਂ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਪਾਰ ਬ੍ਰਹਮ ਕੀ ਜਿਸ ਮਨ ਭੂਖ। ਭਾਈ ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਮਿਲਣ ਦੀ ਮਨ ਵਿੱਚ ਭੁੱਖ ਆਸਾ ਲੱਗੀ ਹੈ ਨਾ, ਨਾਨਕ ਤਿਸਹਿ ਨ ਲਾਗਹਿ ਦੁਖ। ਧੰਨ ਗੁਰੂ ਅਰਜਨ ਦੇਵ ਜੀ ਨਾਨਕ ਪਦ ਵਰਤ ਕੇ ਇਸ ਅਸ਼ਟਪਦੀ ਦੇ ਚੌਥੇ ਪਦ ਤੇ ਦੱਸ ਰਹੇ ਆ ਕਿ ਭਾਈ ਨਾਨਕ ਤਿਸਹਿ ਨ ਲਾਗਹਿ ਦੁਖ। ਉਹਨਾਂ ਨੂੰ ਕਦਾਚਿਤ ਵੀ ਕੋਈ ਦੁੱਖ ਨੇੜੇ ਨਹੀਂ ਆਉਂਦਾ, ਲੱਗਦਾ ਨਹੀਂ, ਕਿਉਂਕਿ ਦੁੱਖ ਉਦੋਂ ਹੀ ਹਨ ਜਦੋਂ ਪਰਮੇਸ਼ਰ ਵਿਸਰਦਾ ਹੈ। ਸਤਿਗੁਰੂ ਫਰਮਾਉਂਦੇ ਨਾ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਸਤਿਗੁਰੂ ਕਹਿੰਦੇ ਪਰਮੇਸ਼ਰ ਨੂੰ ਭੁੱਲਣ ਦੀ ਦੇਰ ਹੈ, ਸਾਰੇ ਰੋਗ ਆਣ ਖਲੋਂਦੇ ਹਨ। ਤੋ ਸਾਧ ਸੰਗਤ ਜੀ, ਇਹ ਸੀ 14ਵੀਂ ਅਸ਼ਟਪਦੀ ਦੀ 4 ਪਦਿਆਂ ਤੱਕ ਵਿਚਾਰ, ਔਰ ਇਸੇ ਅਸ਼ਟਪਦੀ 14ਵੀਂ ਦੇ 4 ਪਦ ਅਸੀਂ ਕੱਲ ਨੂੰ ਵਿਚਾਰ ਕਰਾਂਗੇ। ਸਤਿਗੁਰੂ ਕਿਰਪਾ ਕਰਨ। ਆਓ ਇਸ ਚੌਥੇ ਪਦੇ ਤੱਕ ਜੋ ਵਿਚਾਰ ਹੋਈ ਹੈ ਉਹਨਾਂ ਪੰਕਤੀਆਂ ਨੂੰ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ। ਭੁੱਲਾਂ ਚੁੱਕਾਂ ਦੀ ਮੁਆਫੀ ਚਾਹੁੰਦੇ ਹਾਂ। ਸਤਿਗੁਰੂ ਜੀ ਆਪ ਸਾਧ ਸੰਗਤ ਜੀ ਨੇ ਬਖਸ਼ ਲੈਣਾ। ਪਾਰ ਬ੍ਰਹਮ ਕੀ ਜਿਸ ਮਨ ਭੂਖ। ਨਾਨਕ ਤਿਸਹਿ ਨ ਲਾਗਹਿ ਦੁਖ। ਨਾਨਕ ਤਿਸਹਿ ਨ ਲਾਗਹਿ ਦੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।